ਅਸੀਂ ਸੁਪਰੀਮ ਕੋਰਟ ਕਰ ਰਹੇ ਹਾਂ ਜੀ। ਮੇਰੀ ਹੁਣੇ ਗੱਲ ਹੋਈ ਵਕੀਲ ਨਾਲ। ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਉਸ ਪਟੀਸ਼ਨ ਤੇ ਸੁਣਵਾਈ ਖਤਮ ਹੋ ਚੁੱਕੀ ਹੈ, ਜਿਸ ਦੇ ਚੱਲਦੇ ਇੱਕ ਵੱਡਾ ਝਟਕਾ ਜੋ ਹੈ ਗੈਂਗਸਟਰ ਦੇ ਪਰਿਵਾਰ ਨੂੰ ਲੱਗਾ ਹੈ। ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਜੈਪਾਲ ਭੁੱਲਰ ਦੇ ਪਿਤਾ ਦੇ ਵੱਲੋਂ, ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਹਾਈ ਕੋਰਟ ਨੇ। ਉਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਆਖਿਰਕਾਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇ, ਉਹ ਵੀ ਵੀਡੀਓਗ੍ਰਾਫੀ ਦੇ ਰਾਹੀਂ। ਤੇ ਜਦੋਂ ਤੱਕ ਇਹ ਪੋਸਟਮਾਰਟਮ ਨਹੀਂ ਹੁੰਦਾ ਉਦੋਂ ਤੱਕ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਘਰ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਕਰਕੇ ਪੀਜੀਆਈ ਦੇ ਵਿੱਚ ਸੁਰੱਖਿਅਤ ਰੱਖਿਆ ਜਾਵੇ। ਤਾਂ ਇਸ ਪਟੀਸ਼ਨ ਦੇ ਵਿੱਚ ਦੋ ਮੰਗਾਂ ਕੀਤੀਆਂ ਗਈਆਂ ਸਨ, ਜਿਸ ਦੇ ਚੱਲਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਪੂਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਜੈਪਾਲ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਵੱਡਾ ਝਟਕਾ ਕਹਿ ਸਕਦੇ ਹਾਂ, ਕਿਉਂਕਿ ਜੋ ਪਟੀਸ਼ਨ ਉਹਨਾਂ ਨੇ ਦਾਇਰ ਕੀਤੀ ਸੀ ਉਹ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਖਾਰਿਜ ਕਰ ਦਿੱਤਾ ਹੈ ਹਾਈ ਕੋਰਟ ਨੇ। ਤਾਂ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ ਜੈਪਾਲ ਭੁੱਲਰ ਦਾ, ਕਿਉਂਕਿ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ। ਤਾਂ ਬੀਤੇ ਕੱਲ੍ਹ ਹੀ ਜੈਪਾਲ ਭੁੱਲਰ ਦੇ ਪਿਤਾ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਆਖਿਰਕਾਰ ਜੈਪਾਲ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਦੇ ਵਿੱਚ ਸੁਰੱਖਿਅਤ ਰੱਖਿਆ ਜਾਵੇ ਤੇ ਨਾਲ ਹੀ ਜੈਪਾਲ ਦੇ ਸਰੀਰ ਦੇ ਉੱਤੇ ਜ਼ਖਮਾਂ ਦੇ ਨਿਸ਼ਾਨ ਨੇ। ਉਸ ਦੀ ਰੀੜ੍ਹ ਦੀ ਮੋਢੇ ਦੀ ਹੱਡੀ ਵੀ ਟੁੱਟੀ ਹੋਈ ਹੈ। ਇਸ ਗੱਲ ਦਾ ਦਾਅਵਾ ਜੈਪਾਲ ਭੁੱਲਰ ਦੇ ਪਿਤਾ ਦੇ ਵੱਲੋਂ ਕੀਤਾ ਗਿਆ ਸੀ, ਜਿਸ ਦੇ ਚੱਲਦੇ ਉਹਨਾਂ ਨੇ ਵੀ ਇਲਜ਼ਾਮ ਲਗਾਏ ਗਏ ਸਨ ਕਿ ਆਖਿਰਕਾਰ ਜੋ ਐਨਕਾਊਂਟਰ ਕੀਤਾ ਗਿਆ ਉਸ ਤੋਂ ਪਹਿਲਾਂ ਜੈਪਾਲ ਭੁੱਲਰ ਤੇ ਉਸਦੇ ਸਾਥੀ ਜਸਪ੍ਰੀਤ ਜੱਸੀ ਦਾ ਜੋ ਹੈ ਉਹਨਾਂ ਨੂੰ ਟੌਰਚਰ ਵੀ ਕੀਤਾ ਗਿਆ, ਜਿਸ ਕਰਕੇ ਉਹਨਾਂ ਦੇ ਸਰੀਰ ਦੇ ਉੱਤੇ ਇਸ ਤਰ੍ਹਾਂ ਦੇ ਜ਼ਖਮ ਦੇ ਨਿਸ਼ਾਨ ਨੇ, ਇਸ ਤਰ੍ਹਾਂ ਦੀਆਂ ਚੋਟਾਂ ਨੇ। ਤਾਂ ਇਹਨਾਂ ਗੱਲਾਂ ਦਾ ਪ੍ਰਗਟਾਵਾ ਜੋ ਹੈ ਜੈਪਾਲ ਭੁੱਲਰ ਦੇ ਪਿਤਾ ਦੇ ਵੱਲੋਂ ਕੀਤਾ ਗਿਆ ਸੀ ਤੇ ਇਹਨਾਂ तमाम ਗੱਲਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਪਰ ਹੁਣ ਉਹ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ ਹਾਈ ਕੋਰਟ ਨੇ। ਇਸ ਪਟੀਸ਼ਨ ਦੇ ਉੱਤੇ ਸੁਣਵਾਈ ਜੋ ਹੈ ਹਾਈ ਕੋਰਟ ਦੇ ਵਿੱਚ ਪੂਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਇਹ ਵੱਡਾ ਝਟਕਾ ਜੈਪਾਲ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਨੂੰ ਲੱਗਿਆ। ਪਰਿਵਾਰ ਤਾਂ ਸਾਫ਼ ਤੌਰ ਤੇ ਕਹਿ ਰਿਹਾ ਕਿ ਜਦੋਂ ਤੱਕ ਪੋਸਟਮਾਰਟਮ ਨਹੀਂ ਹੋਵੇਗਾ ਉਦੋਂ ਤੱਕ ਜੈਪਾਲ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪਰ ਦੂਜੇ ਪਾਸੇ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਕਿ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ। ਇਸ ਦੇ ਨਾਲ ਹੀ ਜੋ ਦੂਜੀ ਮੰਗ ਕੀਤੀ ਸੀ ਕਿ ਆਖਿਰਕਾਰ ਉਸ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਦੇ ਵਿੱਚ ਰੱਖਿਆ ਜਾਵੇ, ਇਸ ਬਾਬਤ ਵੀ ਹਾਈ ਕੋਰਟ ਕਿਤੇ ਨਾ ਕਿਤੇ ਇਨਕਾਰ ਕਰਦਾ ਵਿਖਾਈ ਦੇ ਰਿਹਾ। ਜ਼ਾਹਿਰ ਜੀ ਗੱਲ ਹੈ ਕਿ ਸਿੱਧੇ ਤੌਰ ਤੇ ਵੱਡਾ ਝਟਕਾ ਜੈਪਾਲ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਨੂੰ ਹੈ, ਕਿਉਂਕਿ ਦੋ ASI ਕਤਲ ਮਾਮਲੇ ਦੇ ਵਿੱਚ ਜੈਪਾਲ ਭੁੱਲਰ ਤੇ ਉਹਨਾਂ ਦੇ ਸਾਥੀ ਜਸਪ੍ਰੀਤ ਜੱਸੀ ਨਾਮਜ਼ਦ ਸਨ। ਹਾਲਾਂਕਿ ਇਹਨਾਂ ਦੇ ਦੋ ਸਾਥੀ ਜੋ ਹੈ MP ਤੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ। ਉਹ ਜਿਹੜੇ ਸਾਥੀ ਫੜੇ ਜਾਂਦੇ ਨੇ ਉਹਨਾਂ ਤੋਂ ਹੀ ਸੂਹ ਮਿਲਦੀ ਹੈ ਕਿ ਜਸਪ੍ਰੀਤ ਜੱਸੀ ਤੇ ਨਾਲ ਹੀ ਜੈਪਾਲ ਭੁੱਲਰ ਜੋ ਨੇ ਕੋਲਕਾਤਾ ਦੇ ਵਿੱਚ ਨੇ, ਅਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਕੋਲਕਾਤਾ ਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਸੰਪਰਕ ਕੀਤਾ ਜਾਂਦਾ ਹੈ ਅਤੇ ਕੋਲਕਾਤਾ ਦੀ ਲੋਕਲ STF ਦੇ ਵੱਲੋਂ ਜੋ ਹੈ ਉਹ ਕਿਰਾਏ ਦੇ ਘਰ ਦੇ ਵਿੱਚ ਜਿਹੜੇ ਫਲੈਟ ਦੇ ਵਿੱਚ ਰਹਿੰਦੇ ਸਨ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਕਈ ਲੱਖਾਂ ਦੀ ਨਕਦੀ ਵੀ ਬਰਾਮਦ ਕੀਤੀ ਜਾਂਦੀ ਹੈ। ਪਰ ਜਿਵੇਂ ਹੀ ਇਹ ਮ੍ਰਿਤਕ ਦੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲਦੀ ਹੈ, ਗੈਂਗਸਟਰ ਜੈਪਾਲ ਭੁੱਲਰ ਤੇ ਨਾਲ ਹੀ ਜਸਪ੍ਰੀਤ ਜੱਸੀ ਦੇ ਤਾਂ ਪਰਿਵਾਰ ਦੇ ਵੱਲੋਂ ਵੱਡੇ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ, ਕਿਉਂਕਿ ਜੇਕਰ ਇਹ ਐਨਕਾਊਂਟਰ ਹੈ ਤਾਂ ਉਸ ਤੋਂ ਉਹਨਾਂ ਦੇ ਸਰੀਰ ਦੇ ਉੱਤੇ ਜ਼ਖਮਾਂ ਦੇ ਨਿਸ਼ਾਨ ਕਿਸ ਤਰ੍ਹਾਂ ਦੇ ਨੇ। ਇਹ ਵੱਡੇ ਸਵਾਲ ਜੋ ਨੇ ਜੈਪਾਲ ਭੁੱਲਰ ਦੇ ਪਿਤਾ ਦੇ ਵੱਲੋਂ ਖੜੇ ਕੀਤੇ ਗਏ ਨੇ, ਜੋ ਖੁਦ ਪੰਜਾਬ ਪੁਲਿਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ, ਸੇਵਾ ਮੁਕਤ ਇੰਸਪੈਕਟਰ ਨੇ ਜੈਪਾਲ ਭੁੱਲਰ ਦੇ ਪਿਤਾ। ਤੇ ਇਹੀ ਕਾਰਨ ਹੈ ਉਹਨਾਂ ਨੇ ਵੱਡਾ ਸਵਾਲ ਖੜਾ ਕੀਤਾ ਕਿ ਆਖਿਰਕਾਰ ਜੇਕਰ ਭੁੱਲਰ ਦਾ ਐਨਕਾਊਂਟਰ ਹੋਇਆ ਹੈ ਤਾਂ ਉਸ ਦੇ ਸਰੀਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਕਿਸ ਤਰ੍ਹਾਂ ਦੇ ਨੇ, ਉਸ ਦੇ ਮੋਢੇ ਦੀ ਹੱਡੀ ਟੁੱਟੀ ਹੋਈ ਹੈ। ਇਸ ਗੱਲ ਦਾ ਦਾਅਵਾ ਜੈਪਾਲ ਦੇ ਪਿਤਾ ਦੇ ਵੱਲੋਂ ਕੀਤਾ ਗਿਆ ਸੀ ਤੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਸੀ ਕਿ ਉਹ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਦੁਬਾਰਾ ਪੋਸਟਮਾਰਟਮ ਨਹੀਂ ਹੁੰਦਾ। ਜਦੋਂ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ। ਤਾਂ ਬੀਤੇ ਕੱਲ੍ਹ ਹੀ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ। ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਖਤਮ ਹੋ ਚੁੱਕੀ ਹੈ, ਜਿਸ ਦੇ ਵਿੱਚ ਵੱਡਾ ਝਟਕਾ ਜੈਪਾਲ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਨੂੰ ਲੱਗਿਆ ਹੈ। ਸਾਫ਼ ਤੌਰ ਤੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਨੂੰ ਹਾਈ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਥੋੜੇ ਡਾਊਨ ਕਰ ਲਓ ਪਲੀਜ਼। ਅਸੀਂ ਸੁਪਰੀਮ ਕੋਰਟ ਕਰ ਰਹੇ ਹਾਂ ਜੀ। ਮੇਰੀ ਹੁਣੇ ਗੱਲ ਹੋਈ ਵਕੀਲ ਨਾਲ, ਉਹਨਾਂ ਤਿਆਰ ਕਰ ਲਈ, ਅਸੀਂ ਸੁਪਰੀਮ ਕੋਰਟ ਜਾਵਾਂਗੇ। ਕੀ ਤੁਹਾਨੂੰ ਉਮੀਦ ਹੈ ਜੀ ਪੂਰੀ ਕਿ ਵੀ ਮਿਲ ਜਾਏਗੀ ਪਰਮਿਸ਼ਨ?
ਉਮੀਦ ਤਾਂ ਪੂਰੀ ਹੈ ਜੀ। ਉਹਨਾਂ ਥੋੜ੍ਹਾ ਕਲਕੱਤਾ ਦਾ ਮੈਟਰ ਕਰਕੇ ਉਹਨਾਂ ਸੁਣੀ ਨਹੀਂ ਤੇ ਉਹ ਵਕੀਲ ਸਾਹਿਬ ਦੱਸ ਰਹੇ ਉਮੀਦ ਹੈ ਵੀ ਸੁਪਰੀਮ ਕੋਰਟ ਤੋਂ ਦੂਜੀ ਸਟੇਟ ਹੋਣ ਕਰਕੇ ਜੀ ਦੂਜੀ ਗੱਲੋਂ ਰਿਜੈਕਟ ਕਰ ਦਿੱਤੀ ਗਈ ਹੈ। ਮੇਰੀ ਕੋਈ ਬਾਹਲੀ ਮੇਰੀ ਤਬੀਅਤ ਠੀਕ ਨਹੀਂ, ਮੇਰੀ ਕੋਈ ਬਾਹਲੀ ਗੱਲ ਨਹੀਂ ਹੋਈ। ਉਹਨਾਂ ਇੰਨਾ ਕਿਹਾ ਵੀ ਰਿਜੈਕਟ ਹੋ ਗਈ ਤੇ ਉਹਨਾਂ ਜੱਜ ਸਾਹਿਬ ਨੇ ਕਿਹਾ ਵੀ ਦੂਜੀ ਸਟੇਟ ਦਾ ਮੈਟਰ ਆ, ਇਹ ਕਰਕੇ ਸੁਪਰੀਮ ਕੋਰਟ ਜਾਓ। ਇਸ ਕਰਕੇ ਸੁਪਰੀਮ ਕੋਰਟ ਹੁਣ ਜਾਵਾਂਗੇ। ਇੱਕ 9 ਤਰੀਕ ਦਾ ਵਾਕਿਆ ਜੀ, ਅੱਜ ਕਾਫੀ ਸਮਾਂ ਹੋ ਗਿਆ ਕਿ ਫਿਰ ਡੈਡ ਬੋਡੀ ਦਾ ਕੀ ਇੱਥੇ ਰੱਖੋਗੇ ਜਾਂ ਕਿਵੇਂ ਕਰੋਗੇ? ਹਾਂ ਬੋਡੀ ਤੇ ਤੁਹਾਡੇ ਸਾਹਮਣੇ ਹੀ ਅਸੀਂ ਉਹਦੇ ਵਿੱਚ ਰੱਖੀ ਆ, ਪੂਰੀ ਕੇਅਰ ਕਰ ਰਹੇ ਆ। ਹਾਂਜੀ ਤੇ ਦਵਾਈ ਵੀ ਲਾਈ ਆ ਡਾਕਟਰ ਪਾਸੋਂ ਜੋ ਵੀ ਹੈ ਯੂਜ਼ ਕਰ ਰਹੇ ਆ ਜੀ। ਤੇ ਹੁਣ 1-2 ਦਿਨ ਦਾ ਮਾਮਲਾ ਕੱਲ੍ਹ ਨੂੰ ਸੁਪਰੀਮ ਕੋਰਟ 'ਚ ਦਾਇਰ ਹੋ ਜਾਏਗਾ। ਸਰ ਟਾਈਮ ਲੱਗ ਸਕਦਾ, ਜੇ ਟਾਈਮ ਲੱਗਦਾ ਫਿਰ ਨਹੀਂ ਜ਼ਿਆਦਾ ਟਾਈਮ ਨਹੀਂ ਲੱਗੇਗਾ। ਹਾਂ ਇਹੋ ਜਿਹਾ ਮਾਮਲਾ ਜ਼ਿਆਦਾ ਟਾਈਮ ਨਹੀਂ, 1-2 ਦਿਨ 'ਚ ਹੀ ਕੱਲ੍ਹ ਨੂੰ ਦਾਇਰ ਹੋ ਕਿਸੇ ਜਾਏਗਾ। ਵਕੀਲ ਨਾਲ ਗੱਲ ਹੋਊਗੀ ਕਿਸੇ ਨਾਲ? ਹਾਂਜੀ